ਬਵਰੇ। ਐ ਮੁਕੰਦ ਨਾਮੇ ਬਵਰੇ ਬੌਲੇ ਬ੍ਰਹਮਾ ਬਰ ਬ੍ਰਾਹਮਣ, ਮੈਨੂੰ ਇਹ ਦੱਸ ਕਿ ਜਦੋਂ ਤੇਰਾ ਹਿਸਾਬ ਕਿਤਾਬ ਹੋਏਗਾ, ਤੇਰਾ ਲੇਖਾ ਜੇਖਾ ਹੋਏਗਾ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ? ਉਦੋਂ ਕਿਹੜਾ ਮੁਖ ਲੈ ਕੇ ਜਾਏਗਾ? ਕਹਿੰਦੇ ਜਮ ਦੁਆਰ ਜਬ ਪੂਛਸ ਬਵਰੇ। ਜਮ, ਜਮਾਂ ਦਾ ਜਿਹੜਾ ਦੁਆਰ ਦਰਵਾਜ਼ਾ ਹੈ, ਭਾਵ ਧਰਮ ਰਾਜੇ ਦਾ ਜਿਹੜਾ ਦਰ ਹੈ, ਜਿੱਥੇ ਧਰਮ ਰਾਜਾ ਬੈਠਿਆ ਹੋਇਆ ਹੈ, ਜਿਹੜਾ ਧਰਮ ਰਾਜਾ ਤੇਥੋਂ ਜਦੋਂ ਜਾਣ ਤੋਂ ਬਾਅਦ ਉਹ ਗੌਣ ਆਤਮਾ ਹੁੰਦੀ ਹੈ, ਗੌਣ ਆਤਮਾ ਤੋਂ ਤੇਰੀ ਤੋਂ ਹਿਸਾਬ ਮੰਗੇਗਾ। ਪੁੱਛਸ ਬਵਰੇ, ਪੁੱਛੇਗਾ ਕਿ ਕਿਹੜਾ ਚੰਗਾ ਕਰਮ ਕੀਤਾ ਹੈ, ਕਿਹੜਾ ਕਰਮ ਕਰਕੇ ਆਇਆ ਹੈ। ਚੰਗਾ ਕਰਮ ਤਾਂ ਕੋਈ ਨਹੀਂ ਕੀਤਾ, ਹੰਕਾਰੀ ਦੇ ਹੰਕਾਰ ਦੇ ਵਿੱਚ ਹੀ ਰਹਿ ਗਏ, ਹੰਕਾਰ ਪੁਣੇ ਦੇ ਵਿੱਚ ਹੀ ਰਹਿ ਗਏ। ਕਿਸੇ ਨੂੰ ਛੋਟਾ ਦਿਖਾ ਦਿੱਤਾ, ਕਿਸੇ ਨੂੰ ਵੱਡਾ ਦਿਖਾ ਦਿੱਤਾ। ਜੇ ਕੋਈ ਮਾੜਾ ਮੋਟਾ ਧਨ ਦੌਲਤ ਵਾਲਾ ਹੁੰਦਾ, ਉਹਦੀ ਚਾਪਲੂਸੀ ਕਰਨ ਲੱਗ ਗਏ। ਅਗਰ ਜੇ ਕੋਈ ਗਰੀਬ ਹੈ ਤਾਂ ਉਹਦੇ ਨਾਲ ਅਤਿਆਚਾਰ ਕਰਨ ਲੱਗ ਗਏ। ਇਹ ਸਾਡੀ ਹਾਲਤ, ਸਾਡੀ ਵੀ ਇਸ ਤਰ੍ਹਾਂ ਦੀ ਹੈ। ਭਾਵੇਂ ਸਮਾਂ ਬਦਲ ਚੁੱਕਾ ਹੈ, ਪੜ੍ਹਾਈ ਜ਼ਿਆਦਾ ਹੋ ਚੁੱਕੀ ਹੈ। ਪਹਿਲਾਂ ਪੜ੍ਹੇ ਲਿਖੇ ਸਨ, ਕੁਝ ਕੁ ਜਿਹੜੀ ਹੈ ਵਿਚਾਰਧਾਰਾ ਅਨਪੜ੍ਹਾਂ ਵਾਲੀ ਸੀ, ਪਰ ਜਿੰਨੇ ਅਸੀਂ ਪੜ੍ਹ ਚੁੱਕੇ ਉਹਨਾਂ ਭਾਈ ਪਿਆਰ ਘਟ ਗਿਆ। ਪਹਿਲਾਂ ਅਨਪੜ੍ਹ ਸਨ, ਪਿਆਰ ਬਹੁਤ ਜ਼ਿਆਦਾ ਸੀ, ਪਿਆਰ ਬਹੁਤ ਜ਼ਿਆਦਾ ਸੀ। ਆ ਪੜ੍ਹੇ ਲਿਖੇ ਹੀ ਉਦੋਂ ਉਸ ਵਕਤ ਵੀ ਜਿਹੜੇ ਬ੍ਰਾਹਮਣ ਪੜ੍ਹੇ ਹੋਏ ਸਨ ਨਾ, ਮਾੜਾ ਮੋਟਾ ਪੜ੍ਹੇ ਹੋਏ ਸੀ, ਉਹ ਹੀ ਬਹੁਤ ਜ਼ਿਆਦਾ ਹੰਕਾਰ ਕਰਿਆ ਕਰਦੇ ਸੀ। ਜਾਤੀ ਦਾ ਬੜਾ ਹੰਕਾਰ ਸੀ ਉਹਨਾਂ ਨੂੰ। ਇਸ ਕਰਕੇ ਜਿਹੜੇ ਤਾਂ ਗਰੀਬ ਹੁੰਦਾ ਨਾ, ਗਰੀਬ ਜਿਹਨੇ ਗਰੀਬੀ ਦੇਖੀ ਹੁੰਦੀ ਹੈ, ਉਹਨੂੰ ਕਿਸ ਗੱਲ ਦਾ ਹੰਕਾਰ ਹੁੰਦਾ ਪਤਾ ਹੈ। ਘਰ ਦੇ ਵਿੱਚ ਕੁਝ ਖਾਣ ਨੂੰ ਨਹੀਂ, ਕਿਸ ਗੱਲ ਦਾ ਮੈਂ ਹੰਕਾਰ ਕਰਾਂ। ਤੇ ਜਿੰਦੇ ਕੋਲੇ ਕੁਝ ਹੁੰਦਾ ਨਹੀਂ, ਉਹ ਵੀ ਹੰਕਾਰ ਕਰੇ, ਉਹ ਤਾਂ ਸਭ ਤੋਂ ਵੱਡਾ ਹੈ, ਮੂਰਖ ਮੰਨਿਆ ਜਾਂਦਾ। ਜਿਹੜਾ ਪੱਲੇ ਕੁਝ ਹੈ ਨਹੀਂ ਹੈ, ਪਰ ਫਿਰ ਵੀ ਭਾਈ ਹੰਕਾਰ ਕਰੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਮ ਦੁਆਰ ਜਬ ਪੂਛਸ ਬਵਰੇ। ਜਦੋਂ ਪੁੱਛਣਗੇ ਤੇਥੋਂ ਇਹ ਬਵਰੇ ਬੌਲੇ ਬ੍ਰਾਹਮਣਾ, ਜਦੋਂ ਤੈਨੂੰ ਜਮਾਂ ਦੇ ਦੁਆਰ ਤੈਨੂੰ ਪਕੜ ਕਰਕੇ, ਤੈਨੂੰ ਜਮਾਂ ਨੇ ਪਕੜਿਆ ਹੋਵੇਗਾ, ਤੇਰੀਆਂ ਬਾਹਾਂ ਬੰਨੀਆਂ ਹੋਣਗੀਆਂ, ਲੱਤਾਂ ਬੰਨੀਆਂ ਹੋਣਗੀਆਂ, ਗਰਮ ਥਮਲੇ ਦੇ ਨਾਲ ਤੈਨੂੰ ਲਾਇਆ ਜਾਏਗਾ, ਤੈਨੂੰ ਪਾਕ ਦੇ ਵਿੱਚ ਸੁੱਟਿਆ ਜਾਏਗਾ, ਖੂਨ ਰੂਪੀ ਜਿਹੜੀ ਨਦੀ ਦੇ ਵਿੱਚ ਤੈਨੂੰ ਸੁੱਟਿਆ ਜਾਏਗਾ, ਅਗਨੀ ਦੇ ਵਿੱਚ ਸੁੱਟਿਆ ਜਾਏਗਾ। ਉਸ ਵਕਤ ਫਿਰ ਕੀ ਜਵਾਬ ਦੇਗਾ ਕਿ ਮੈਂ ਕਿਹੜੇ ਕਿਹੜੇ ਕਰਮ ਕੀਤੇ ਐ? ਤਬ ਕਿਆ ਕਹਿਸ ਮੁਕੰਦਾ। ਹੁਣ ਭਗਤ ਜੀ ਨੇ ਇੱਥੇ ਮੁਕੰਦਾ ਭਾਵ ਇਹ ਬ੍ਰਾਹਮਣ ਸੀ ਜਿਹੜਾ ਚੱਲ ਕੇ ਭਗਤ ਜੀ ਦੇ ਕੋਲੇ ਆਇਆ। ਉਸ ਮੁਕੰਦੇ ਦਾ ਨਾਮ ਲੈ ਕੇ ਭਗਤ ਜੀ ਕਹਿੰਦੇ ਆ ਕਿ ਤਬ ਕਿਆ ਕਹਿਸ ਮੁਕੰਦਾ, ਕਿ ਐ ਮੁਕੰਦਾ ਨਾਮੇ ਬ੍ਰਾਹਮਣ, ਤੂੰ ਮੈਨੂੰ ਦੱਸ ਫਿਰ ਉਸ ਵਕਤ ਕੀ ਕਹੇਗਾ ਜਦੋਂ ਧਰਮ ਰਾਜਾ ਤੇਥੋਂ ਜਵਾਬ ਮੰਗੇਗਾ। ਰਹਾਉ। ਵਿਸ਼ਰਾਮ ਦੇ ਕਰਕੇ ਭਗਤ ਕਬੀਰ ਸਾਹਿਬ ਜੀ ਅੱਗੇ ਉਪਦੇਸ਼ ਦੇ ਰਹੇ ਐ। ਹਮ ਗੋਰੂ ਤੁਮ ਗਵਾਰ ਗੁਸਾਈ। ਹੁਣ ਭਗਤ ਜੀ ਦੇ ਕੋਲੇ ਆਪਣੀ ਫਿਰ ਜਾਤੀ ਦਾ ਹੰਕਾਰ ਜਿਹੜਾ ਇਹ ਬ੍ਰਾਹਮਣ ਦਰਸਾ ਰਿਹਾ ਕਿ ਮਹਾਰਾਜ ਤੁਸੀਂ ਤਾਂ ਸਾਡੀਆਂ ਗਾਵਾਂ ਦੇ ਵਾਂਗ ਹੋ। ਜਿਵੇਂ ਗਾਵਾਂ ਦੀ ਰਾਖੀ ਕਰਦਾ ਨਾ ਗਵਾਲਾ, ਅਸੀਂ ਤਾਂ ਤੁਹਾਡੇ ਗਵਾਲੇ ਆ ਤੇ ਤੁਸੀਂ ਆ ਸਾਡੀ ਆ ਗਾਵਾਂ ਦੇ ਵਾਂਗ ਹੋ। ਅਸੀਂ ਸ੍ਰੇਸ਼ਟ ਬ੍ਰਾਹਮਣ ਹਾਂ, ਚੰਗੇ ਬ੍ਰਾਹਮਣ ਹਾਂ, ਸਾਡੀ ਸਰਵ ਉੱਚ ਜਾਤੀ ਮੰਨੀ ਜਾਂਦੀ ਹੈ। ਤੁਸੀਂ ਥੱਲੇ, ਸਾਡੇ ਥੱਲੇ ਹੋ, ਨੀਵੇਂ ਹੋ, ਇਸ ਕਰਕੇ ਤੁਸੀਂ ਗਾਵਾਂ ਦੇ ਵਾਂਗ ਹੋ। ਤੇ ਭਗਤ ਜੀ ਹੁਣ ਉਸੇ ਦੇ ਤਾਈਂ ਫਿਰ ਜਿਵੇਂ ਆਪਾਂ ਕਹਿ ਦਈਏ ਨਾ, ਹਾਂ ਭਾਈ ਤੂੰ ਸੱਚਾ ਸੱਚਾ, ਇਸੇ ਤਰ੍ਹਾਂ ਹੁਣ ਭਗਤ ਜੀ ਉਹਨੂੰ ਉਲਟਾ ਇਸ ਤਰ੍ਹਾਂ ਉਪਦੇਸ਼ ਦੇ ਰਹੇ ਆ ਕਿ ਹਮ ਗੋਰੂ, ਕਹਿੰਦਾ ਤੂੰ ਸੱਚ ਕਹਿ ਰਿਹਾ। ਭਗਤ ਜੀ ਕਹਿੰਦੇ ਤੂੰ ਸੱਚ ਕਹਿ ਰਿਹਾ। ਕੀ ਸੱਚ ਕਹਿਣਾ? ਕਿ ਅਸੀਂ ਤੁਹਾਡੀਆਂ ਗਾਵਾਂ ਦੇ ਵਾਂਗ ਹਾਂ। ਪੱਕੀ ਗੱਲ ਹੈ, ਗਾਵਾਂ ਦੇ ਵਾਂਗ। ਤੁਮ ਗਵਾਰ, ਗਵਾਰ ਨਾਮ ਹੁੰਦਾ ਗਵਾਲਿਆਂ ਦਾ, ਕਿ ਹਮ ਗੋਰੂ ਤੁਮ ਗਵਾਰ, ਤੁਸੀਂ ਗਵਾਰ ਵਾਂਗ ਹੋ, ਭਾਵ ਸਾਡੇ ਜਿਹੜੇ ਹੈ ਗਵਾਲਿਆ ਵਾਂਗ ਹੋ, ਸਾਡੇ ਗੁਸਾਈ ਮਾਲਕ ਹੋ ਤੁਸੀਂ। ਜਨਮ ਜਨਮ ਰਖਵਾਰੇ। ਫਿਰ ਤੁਸੀਂ ਜਨਮਾਂ ਜਨਮਾਤਰਾ ਤੋਂ ਸਾਡੀ ਰੱਖਿਆ ਕਰਦੇ ਆਉਂਦੇ ਹੋ, ਭਾਵ ਹਰ ਇੱਕ ਜਨਮ ਦੇ ਵਿੱਚ ਆਪਣੀ ਜਾਤ ਦਾ ਹੰਕਾਰ ਹੋਣੇ ਕਰਕੇ ਫਿਰ ਦੂਸਰੇ ਜਨਮ ਦੇ ਵਿੱਚ ਜਾਂਦੇ ਹੋ, ਫਿਰ ਦੂਸਰੇ ਜਨਮ ਦੇ ਵਿੱਚ ਜਾਂਦੇ ਹੋ। ਹੰਕਾਰ ਕਰਕੇ ਜਨਮ ਜਮਾਤਰਾਂ ਦੇ ਦੁੱਖ ਪੈਂਦੇ ਆ। ਕਹਿੰਦੇ ਉਹ ਦੁੱਖਾਂ ਨੂੰ ਕਦੇ ਇੱਕ ਜਨਮ ਨਹੀਂ ਤੁਸੀਂ ਸਾਡੇ ਨਾਲ ਇਹ
ਕੀਤਾ, ਅਨੇਕਾਂ ਜਨਮਾਂ ਦੇ ਵਿੱਚ ਜਨਮ ਜਨਮ ਰਖਵਾਰੇ, ਜਨਮਾਂ ਜਨਮਾਂ ਦੇ ਵਿੱਚ ਤੁਸੀਂ ਸਾਡੇ ਰਖਵਾਰੇ ਰਾਖੇ ਹੋ ਰਹੇ ਹੋ। ਕਬਹੂ ਨਾ ਪਾਰ ਉਤਾਰ ਚਰਾਏ ਹੋ। ਹੁਣ ਆਪ ਕੋਈ ਪਾਰ ਨਾ ਉਤਰਿਆ ਹੋਵੇ ਤੇ ਦੂਸਰੇ ਨੂੰ ਫਿਰ ਕਿਸ ਤਰ੍ਹਾਂ ਪਾਰ ਉਤਾਰ ਸਕਦਾ? ਉਹ ਤੁਹਾਡੀ ਹਾਲਤ ਹੋ ਰਹੀ ਹੈ। ਭਗਤ ਜੀ ਕਹਿੰਦੇ ਕਬਹੂ ਨਾ ਪਾਰ, ਤੁਸੀਂ ਪਾਰ ਨਹੀਂ ਲਾਇਆ ਸਾਨੂੰ। ਇਹ ਨਦੀ ਦੇ ਵਿੱਚੋਂ, ਸੰਸਾਰ ਸਮੁੰਦਰ ਦੇ ਵਿੱਚੋਂ ਤੁਸੀਂ ਪਾਰ ਨਹੀਂ ਲਾਇਆ। ਸੰਸਾਰ ਜਿਹੜੀ ਹੈ, ਸੰਸਾਰ ਦੇ ਵਿੱਚ ਆਸਾ ਰੂਪੀ ਤ੍ਰਿਸ਼ਨਾ ਨਦੀ ਚੱਲ ਰਹੀ ਹੈ। ਤ੍ਰਿਸ਼ਨਾ ਰੂਪੀ ਆਸਾ, ਤ੍ਰਿਸ਼ਨਾ ਰੂਪੀ ਨਦੀ ਦੇ ਵਿੱਚੋਂ ਸਾਨੂੰ ਪਾਰ ਨਹੀਂ ਲਾਇਆ। ਸਤ ਸੰਗਤ ਰੂਪੀ ਫੁਲਵਾੜੀ ਹੈ, ਕਿਉਂਕਿ ਗਾਂ ਦੀ ਗੱਲ ਆਈ ਹੈ ਤੇ ਫਿਰ ਜਿਹੜਾ ਚਰਾਉਣ ਦੀ ਗੱਲ ਵੀ ਇੱਥੇ ਆਵੇਗੀ। ਤੇ ਭਗਤ ਜੀ ਕਹਿੰਦੇ ਕਬਹੂ ਨਾ ਪਾਰ ਉਤਾਰ ਚਰਾਇਓ। ਚਰਾਇਓ ਦਾ ਅਰਥ ਹੁੰਦਾ ਚਰਾਉਣਾ, ਜਿਵੇਂ ਆਪਾਂ ਗਾਵਾਂ ਮੱਝਾਂ ਚਰਾਉਣੇ ਆ। ਇਸ ਕਰਕੇ ਜਿਹੜੀ ਸਤ ਸੰਗਤ ਰੂਪੀ ਫੁਲਵਾੜੀ ਦੇ ਵਿੱਚ ਜਿਹੜਾ ਬ੍ਰਹਮਾਨੰਦ ਰੂਪੀ ਘਾਹ ਲੱਗਿਆ ਹੋਇਆ ਜਾਂ ਸ਼ੁਭ ਗੁਣਾ ਰੂਪੀ ਘਾਹ ਲੱਗਿਆ ਹੋਇਆ, ਅਸੀਂ ਗਾਵਾਂ ਮੱਝਾਂ ਦੇ ਵਾਂਗ ਹੋ ਰਹੇ ਹਾਂ, ਗਾਵਾਂ ਦੇ ਵਾਂਗ ਆ, ਪਰ ਤੁਸੀਂ ਸਾਡੇ ਗਵਾਲੇ ਸੀ। ਤੁਹਾਡਾ ਫਰਜ਼ ਸੀ ਕਿ ਆ ਕਰਕੇ ਸਾਨੂੰ ਸ਼ੁਭ ਗੁਣਾ ਰੂਪੀ ਘਾਹ ਚਗਾਉਣਾ, ਬ੍ਰਹਮਾਨੰਦ ਰੂਪੀ ਘਾਹ ਸਤ ਸੰਗਤ ਦੇ ਵਿੱਚ ਆ ਕਰਕੇ ਚਰਾਉਣਾ, ਪਰ ਤੁਸੀਂ ਇਹ ਭੁੱਲ ਗਏ, ਚਰਾਇਆ ਨਹੀਂ। ਕਹਿੰਦੇ ਇਸ ਕਰਕੇ ਨਾ ਚਰਾਇਓ ਕਬਹੂ ਨਾ ਪਾਰ ਉਤਾਰ ਚਰਾਇਓ। ਨਾ ਤਾਂ ਤੁਸੀਂ ਸਾਨੂੰ ਪਾਰਲੇ ਕਿਨਾਰੇ ਤੇ ਲਾਇਆ, ਭਾਵ ਅਸੀਂ ਵੀ ਆਸਾ ਤ੍ਰਿਸ਼ਨਾ ਦੇ ਵਿੱਚ ਫਸੇ ਰਹਿ ਗਏ ਤੇ ਤੁਸੀਂ ਸਾਡੀ ਦੇਖ ਰੇਖ ਕਰਨ ਵਾਲੇ ਸੀ, ਸਾਡੀ ਸੰਭਾਲ ਕਰਨ ਵਾਲੇ ਸੀ, ਇਸ ਕਰਕੇ ਆਸਾ ਤ੍ਰਿਸ਼ਨਾ ਦੇ ਵਿੱਚ ਰਹਿ ਗਏ ਹੋ। ਕੈਸੇ ਖਸਮ ਹਮਾਰੇ। ਫਿਰ ਤੁਸੀਂ ਸਾਡੇ ਕਿਸ ਤਰ੍ਹਾਂ ਦੇ ਖਸਮ ਹੋਏ? ਸਾਨੂੰ ਪਾਰ ਨਹੀਂ ਲਾ ਸਕਦੇ, ਖਸਮ ਕਿਸ ਤਰ੍ਹਾਂ ਦੇ ਹੋ ਗਏ? ਫਿਰ ਉਹ ਕਹਿੰਦੇ ਹੋ ਅਸੀਂ ਖਸਮ ਆ। ਤੁਹਾਡੇ ਬ੍ਰਾਹਮਣ ਕਹਿੰਦੇ ਸੀ ਅਸੀਂ ਸਰਵ ਉੱਚ ਹਾਂ, ਸਾਡਾ ਪਦ ਜਿਹੜਾ ਵੱਡਾ ਹੈ, ਪਦਵੀ ਸਾਡੀ ਵੱਡੀ ਹੈ। ਭਗਤ ਜੀ ਕਹਿੰਦੇ ਕਿਸ ਤਰ੍ਹਾਂ ਦੇ ਤੁਸੀਂ ਭਾਈ ਖਸਮ ਹੋ, ਸਾਡੇ ਮਾਲਕ ਕਿਸ ਤਰ੍ਹਾਂ ਦੇ ਹੋ? ਤੂੰ ਬਾਮਣ ਮੈਂ ਕਾਸੀਕ ਜੁਲਹਾ। ਹੁਣ ਇਹ ਦੱਸ ਕਿ ਤੂੰ ਬਾਮਣ ਹੈ, ਭਾਵ ਕਾਂਸੀ ਦਾ ਤੂੰ ਬਾਮਣ ਹੈ, ਬ੍ਰਾਹਮਣ ਹੈ, ਤੇ ਇੱਧਰ ਮੈਂ ਵੀ ਕਾਸੀਕ ਜੁਲਹਾ, ਭਾਵ ਕਾਂਸੀ ਦੇ ਵਿੱਚ ਰਹਿਣ ਵਾਲਾ। ਜੁਲਹਾ ਨਾਮ ਹੁੰਦਾ ਜੁਲਾਹੇ ਦਾ, ਜੁਲਾਹਾ ਹਾਂ। ਕਾਸੀਕ ਨਾਮ ਹੁੰਦਾ ਪ੍ਰਕਾਸ਼ ਦਾ, ਪ੍ਰਕਾਸ਼ ਦੇ ਜੁਲ ਜੋ ਲਾਹਾ, ਜੋ ਲਾਹਾ ਦਾ ਅਰਥ ਹੁੰਦਾ ਜੋ ਲਾਹਾ ਲੈਣ ਵਾਲਾ, ਭਾਵ ਲਾਹਾ ਲੈਣ ਵਾਲਾ। ਮੈਂ ਪ੍ਰਕਾਸ਼ ਦਾ ਲਾਹਾ ਲੈਣ ਵਾਲਾ, ਉਹ ਪ੍ਰਕਾਸ਼ ਸਰੂਪ ਪ੍ਰਮਾਤਮਾ ਦਾ ਮੈਂ ਲਾਹਾ ਲੈਣ ਵਾਲਾ। ਪਰ ਤੂੰ ਕੀ ਹੈ? ਬਾਹਮਣ ਦਾ ਬਾਹਮਣ ਹੀ ਰਹਿ ਗਿਆ। ਕਿਸ ਤਰ੍ਹਾਂ? ਕਹਿੰਦੇ ਬਾ ਨਾਮ ਹੁੰਦਾ ਜਿਹੜਾ ਟੇਢਾ ਚੱਲਣ ਵਾਲੇ ਦਾ, ਮਨ ਨਾਮ ਹੁੰਦਾ ਸਾਡੇ ਮਨ ਦਾ। ਕਹਿੰਦੇ ਤੇਰਾ ਤਾਂ ਜਿਹੜਾ ਟੇਢਾ ਚੱਲਣ ਵਾਲਾ ਮਨ ਸੀ ਉਹ ਟੇਢਾ ਹੀ ਚੱਲਦਾ ਰਹਿ ਗਿਆ, ਪਰ ਮੈਂ ਕਾਸੀਕ ਜੁਲਹਾ, ਮੈਂ ਤਾਂ ਜਿਹੜਾ ਕਾਸੀਕ ਭਾਵ ਪ੍ਰਕਾਸ਼ ਕਰਨੇ ਵਾਲਾ ਵਾਹਿਗੁਰੂ ਹੈ ਜੋ ਲਾਹਾ, ਉਸ ਪ੍ਰਮਾਤਮਾ ਦੇ ਤਾਈ ਮੈਂ ਲਾਹਾ ਲੈਣ ਵਾਲਾ ਹੋ ਗਿਆ ਹਾਂ। ਬੁੱਝੋ ਮੋਰ ਗਿਆਨਾ। ਮੋਰ ਗਿਆਨਾ ਜਿਹੜਾ ਮੈਂ ਤੈਨੂੰ ਗਿਆਨ ਦਿੱਤਾ ਨਾ, ਆ ਗਿਆਨ ਦਿੱਤਾ ਬ੍ਰਾਹਮਣ ਪੁਣੇ ਦਾ ਜਾਂ ਇਹਦਾ ਸਾਰੀਆਂ ਪੰਕਤੀਆਂ ਦਾ ਗਿਆਨ ਦਿੱਤਾ। ਕਹਿੰਦੇ ਗਿਆਨ ਨੂੰ ਮੇਰੇ ਨੂੰ ਬੁੱਝੋ, ਬੁੱਝ ਕਰ ਕਿ ਮੈਂ ਤੈਨੂੰ ਕੀ ਗਿਆਨ ਸਮਝਾ ਰਿਹਾ। ਤੁਮ ਤਉ ਜਾਚੇ ਭੂਪਤ ਰਾਏ। ਇਤੋਂ ਵੱਡੀ ਜਿਹੜੀ ਹੈ ਭਾਈ ਕੀ ਨੀਚਪਣਾ ਹੋਵੇਗਾ। ਦੇਖੋ ਕਹਿੰਦੇ ਐ ਕਿ ਤੁਮ ਤਉ ਜਾਚੇ, ਤੁਸੀਂ ਤਾਂ ਜਾਚਦੇ ਹੋ। ਜਾਚਦੇ ਅਰਥ ਹੁੰਦਾ ਜਾਚਨਾ ਕਰਨੀ, ਮੰਗਣਾ। ਕਿੰਨਾ ਦੇ ਕੋਲੋਂ ਜਾ ਕੇ ਮੰਗਦੇ ਹੋ? ਕਹਿੰਦੇ ਭੂਪਤ, ਭੂਪਤ ਪ੍ਰਿਥਵੀ ਦੇ ਪਤ ਪਤੀ ਹੈ, ਜਿਹੜੇ ਰਾਜੇ ਮਹਾਰਾਜੇ ਐ, ਉਹਨਾਂ ਦੇ ਕੋਲੋਂ ਜਾ ਕੇ ਤੁਸੀਂ ਹੱਥ ਪੈਰ ਟੜਦੇ ਹੋ ਅਤੇ ਹਮੇਸ਼ਾ ਹੱਥ ਟੜਦੇ ਹੋ ਕਿ ਸਾਨੂੰ ਆਹ ਦੇ ਦਿਓ, ਸਾਨੂੰ ਆਹ ਦੇ ਦਿਓ। ਹਮੇਸ਼ਾ ਤੁਹਾਡੀ ਹਾਲਤ ਇਹ ਹੋ ਰਹੀ ਹੈ, ਕਦੇ ਕਿੰਦੇ ਕੋਲੇ ਜਾ ਕੇ ਮੰਗਦੇ ਹੋ, ਕਦੇ ਕਿੰਦੇ ਕੋਲੇ ਜਾ ਕਰਕੇ ਮੰਗਦੇ ਹੋ। ਹਰ ਸੋ ਮੋਰ ਧਿਆਨਾ। ਪਰ ਸਾਡੀ ਇਹ ਹਾਲਤ ਨਹੀਂ ਹੈ। ਅਸੀਂ ਤਾਂ ਹਮੇਸ਼ਾ ਹਰ ਸੌ ਮੋਰ ਧਿਆਨਾ, ਸਾਡਾ ਧਿਆਨ ਜਿਹੜਾ ਹਰੀ ਦੇ ਸਿਉ ਨਾਲ ਲੱਗਿਆ ਹੋਇਆ ਹੈ, ਪ੍ਰਮਾਤਮਾ ਦੇ ਨਾਲ ਲੱਗਿਆ ਹੋਇਆ ਹੈ। ਸਾਡਾ ਧਿਆਨ ਕਿਸੇ ਦੇ ਨਾਲ ਨਹੀਂ, ਸਾਡਾ ਧਿਆਨ ਇੱਕੋ ਇੱਕ ਪ੍ਰਮਾਤਮਾ ਵਾਹਿਗੁਰੂ ਹੈ ਜਿੰਦੇ ਨਾਲ ਲੱਗਿਆ ਹੋਇਆ ਹੈ। ਪਰ ਤੁਸੀਂ ਜਗ੍ਹਾ ਜਗ੍ਹਾ ਤੇ ਜਾ ਕੇ ਪੈਰ ਪੁੱਟਦੇ ਰਹਿੰਦੇ ਹੋ। ਐਸੇ ਹੋ ਕਿ ਸਮੇਂ ਦੇ ਹਿਸਾਬ ਦੇ ਨਾਲ ਤੁਸੀਂ ਬਦਲ ਜਾਂਦੇ ਹੋ, ਪਰ ਐਸਾ ਸਾਡਾ ਜਿਹੜਾ ਭਾਈ, ਅਸੀਂ ਐਸੇ ਸੂਰਮੇ ਆ, ਸਮੇਂ ਨੂੰ ਬਦਲਣ ਵਾਲੇ ਹਾਂ। ਸਾਡਾ ਇੰਨਾ ਫਰਕ ਹੈ। ਭਗਤ ਜੀ ਕਹਿੰਦੇ ਇੰਨਾ ਫਰਕ ਹੈ, ਤੁਸੀਂ ਸਮੇਂ ਦੇ ਹਿਸਾਬ ਦੇ ਨਾਲ ਬਦਲਦੇ ਹੋ
ਪਰ ਅਸੀਂ ਸਮੇਂ ਨੂੰ ਬਦਲ ਦਿੰਨੇ ਆ। ਸਾਡਾ ਇੰਨਾ ਫਰਕ ਹੈ। ਇਹ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ। ਸਾਧ ਸੰਗਤ, ਇਹ ਅਵਸਥਾ ਐਸੀ ਹੁੰਦੀ ਹੈ ਜਿਹੜੀ ਭਗਤ ਜੀ ਨੇ ਪ੍ਰਾਪਤ ਕਰ ਲਈ ਨਾ, ਇਹਦੇ ਵਿੱਚ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਐਸੀ ਅਵਸਥਾ ਬਣ ਜਾਂਦੀ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪ੍ਰਮਾਤਮਾ ਦਿਸਦਾ ਹੀ ਹੈ ਉਹਨਾਂ ਨੂੰ, ਸਭ ਜਗ੍ਹਾ ਤੇ ਪ੍ਰਮਾਤਮਾ ਦਿਸ ਰਿਹਾ ਹੈ। ਤੇ ਜਿਨ੍ਹਾਂ ਨੂੰ ਪ੍ਰਮਾਤਮਾ ਦਿਸਦਾ ਹੁੰਦਾ ਉਹਨਾਂ ਦੀ ਕਿਸੇ ਨਾਲ ਈਰਖਾ, ਕੋਈ ਦਵੈਸ਼ ਨਹੀਂ ਹੁੰਦੀ। ਇਹ ਇੱਕ ਬਹੁਤ ਵੱਡੀ ਗੱਲ ਹੈ। ਆਮ ਗੱਲ ਆਪਾਂ ਇਹ ਦੇਖਦੇ ਆ, ਕੋਈ ਕਹਿੰਦਾ ਸਾਰਿਆਂ ਦੇ ਵਿੱਚ ਭਾਈ ਜਿਹੜੀ ਪ੍ਰਮਾਤਮਾ ਦੀ ਜੋਤ ਹੈ, ਜੇ ਆਪਾਂ ਕਿਸੇ ਨੂੰ ਪਾਪੀ ਨੂੰ ਵੀ ਮਾਰਦੇ ਆ ਪਾਪ ਲੱਗਦਾ ਹੈ। ਅਸਲ ਦੇ ਅੰਦਰ ਕੀ ਗੱਲ ਹੁੰਦੀ ਹੈ? ਹੁਣ ਗੁਰਬਾਣੀ ਨੇ ਜਿਹੜਾ ਸਭ ਤੋਂ ਵੱਡਾ ਪਾਪ ਮੰਨਿਆ ਹੋਇਆ ਨਾ, ਸਭ ਤੋਂ ਵੱਡਾ ਜਿਹੜਾ ਪਾਪ ਮੰਨਿਆ, ਉਹ ਬ੍ਰਹਮ ਗਿਆਨੀ ਦੀ ਹੱਤਿਆ ਕਰਨ ਦਾ ਪਾਪ ਮੰਨਿਆ, ਵਿਦਵਾਨ ਦੀ ਹੱਤਿਆ ਕਰਨ ਦਾ ਪਾਪ ਮੰਨਿਆ। ਕਿਉਂ? ਕਿਉਂਕਿ ਵਿਦਵਾਨ ਦੀ ਜਿਹੜੀ ਭਾਈ ਉਹ ਸਰੀਰ ਦੀ ਹਾਲਤ ਹੁੰਦੀ ਹੈ, ਉਹਦੇ ਚ ਚੇਤਨ ਸਤਾ ਬਹੁਤ ਜ਼ਿਆਦੀ ਹੁੰਦੀ ਹੈ। ਚੇਤਨ ਸਤਾ ਬਹੁਤ ਜ਼ਿਆਦੀ ਹੁੰਦੀ ਹੈ, ਵਧਣੇ ਕਰਕੇ, ਚੇਤਨ ਸਤਾ ਵਧਣੇ ਕਰਕੇ ਉਹ ਪਾਪ ਜ਼ਿਆਦਾ ਮੰਨਿਆ। ਹੁਣ ਇੱਕ ਐਸੇ ਮਨੁੱਖ ਹੁੰਦੇ ਆ ਜਿਹੜੇ ਗੁਰੂ ਤੋਂ ਬੇਮੁਖ ਹੁੰਦੇ ਆ, ਜਿਨ੍ਹਾਂ ਦੇ ਵਿੱਚ ਭੋਰਾ ਵੀ ਚੇਤਨ ਸਤਾ ਮਾੜਾ ਮੋਟਾ ਜਿਹੜਾ ਕਿਨਕਾ ਹੁੰਦਾ ਹੈ। ਤੇ ਇੱਕ ਆਪਾਂ ਗੱਲ ਕਹਿ ਰਹੀਏ ਜਿਵੇਂ ਪਾਪੀ ਹੁੰਦਾ, ਪਾਪ ਬੁਰਾ, ਪਾਪੀ ਕੋ ਪਿਆਰਾ, ਉਹਨਾਂ ਨੂੰ ਪਾਪ ਚੰਗਾ ਲੱਗਦਾ ਰਹਿੰਦਾ, ਹਰ ਵਕਤ ਚੰਗਾ ਲੱਗਦਾ ਰਹਿੰਦਾ। ਪਾਪ ਹੀ ਪਾਪ ਕਰਦੇ ਰਹਿੰਦੇ ਆ, ਪਾਪ ਹੀ ਪਾਪ ਕਰਦੇ ਰਹਿੰਦੇ ਆ। ਚੇਤਨ ਸਤਾ ਹੁੰਦੀ ਹੈ ਪਰ ਅੰਧੇਰੇ ਵਿੱਚ ਹੋ ਜਾਂਦੀ ਹੈ, ਹਨੇਰੇ ਵਿੱਚ ਹੋ ਜਾਂਦੀ ਹੈ। ਪਾਪੀ ਨੂੰ ਜਦੋਂ ਹੁਣ ਦੇਖੋ ਐਸੇ ਔਰੰਗਜ਼ੇਬ ਵਰਗਿਆਂ ਦਾ ਗੁਰੂ ਮਹਾਰਾਜ ਨੇ ਨਾਸ ਕੀਤਾ, ਔਰੰਗਜ਼ੇਬ ਵਰਗਿਆਂ ਦਾ ਨਾਸ ਕੀਤਾ। ਚੰਦੂ ਪਾਪੀ ਨੂੰ ਗੁਰੂ ਮਹਾਰਾਜ ਨੇ ਜੁੱਤੀਆਂ ਦੇ ਨਾਲ ਕੁੱਟ-ਕੁੱਟ ਕੇ ਜਿਹੜਾ ਉਹਦਾ ਹੁਲੀਆ ਮੇਟ ਕੀਤਾ। ਵੱਡੇ ਵੱਡੇ ਪਾਪੀ ਹੋਏ ਆ ਇੰਦਰਾ ਦਾ, ਜੇ ਇੰਦਰਾ ਨੂੰ ਮਾਰਿਆ, ਐਸੀ ਜਿਹੜੀ ਹਾਲਤ ਸੀ, ਜਿਹੜਾ ਤਖਤ ਦੇ ਤਾਈ, ਸਾਡੇ ਤਖਤ ਦੇ ਤਾਈ ਜਿਨ੍ਹਾਂ ਨੇ ਇੰਨਾ ਕੁਝ ਸਾਡੇ ਤਖਤਾਂ ਦੇ ਨਾਲ ਵਿਰੋਧ ਕੀਤਾ, ਤੇ ਉਹਨਾਂ ਨੂੰ ਮਾਰਨਾ ਕੋਈ ਪਾਪ ਨਹੀਂ ਹੁੰਦਾ। ਕਿਉਂ ਨਹੀਂ ਪਾਪ ਹੁੰਦਾ? ਕਿਉਂਕਿ ਉਹਨਾਂ 'ਚ ਚੇਤਨ ਸਤਾ ਨਹੀਂ ਹੁੰਦੀ। ਬ੍ਰਹਮ ਗਿਆਨੀ ਬ੍ਰਹਮ ਦੇ ਵਿੱਚ ਲੀਨ ਹੋਣੇ ਕਰਕੇ, ਬ੍ਰਹਮ ਦੇ ਵਿੱਚ ਲੀਨ ਹੋਣੇ ਕਰਕੇ ਉਹਦੇ ਚ ਚੇਤਨ ਸਤਾ ਇੰਨੀ ਹੋ ਜਾਂਦੀ ਹੈ, ਸਾਰਾ ਸਰੀਰ ਚੇਤਨ ਸਤਾ ਦੇ ਨਾਲ ਭਰਿਆ ਹੁੰਦਾ। ਉਹ ਸੌਣਾ ਵੀ ਭੁੱਲ ਜਾਂਦਾ ਹੈ, ਖਾਣਾ ਵੀ ਭੁੱਲ ਜਾਂਦਾ ਹੈ, ਇਸ ਤਰ੍ਹਾਂ ਪੀਣਾ ਵੀ ਭੁੱਲ ਜਾਂਦਾ ਹੈ। ਉਹਦੀ ਜਿਹੜੀ ਬਿਰਤੀ ਹੁੰਦੀ ਹੈ, ਪ੍ਰੇਮ ਹੁੰਦਾ, ਉਹ ਨਾਮ ਦੇ ਨਾਲ ਲੱਗਣ ਲੱਗ ਜਾਂਦਾ। ਇਹ ਪੰਕਤੀ ਆਈ ਹੈ, ਆਪਾਂ ਪੜ੍ਹੀ ਹੈ ਨਾ ਹੁਣ, ਕਿ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਮੀਨ ਮੱਛੀਆਂ, ਪੰਖੇਰੂ ਜਿਹੜੇ ਪੰਛੀ ਹੈ ਜਾਂ ਪੱਤੇ ਹੈ, ਦਰਖਤ ਹੈ, ਉਹ ਜੋ ਕੁਝ ਵੀ ਬੋਲਦੇ ਹੈ, ਭਾਵ ਪੱਤੇ ਆਪਸ ਦੇ ਵਿੱਚ ਖੜਕਾ ਕਰਦੇ ਹੈ, ਮੱਛੀ ਬੋਲਦੀ ਹੈ, ਪੰਛੀ ਆਪਸ ਦੇ ਵਿੱਚ ਬੋਲਦੇ ਹੈ। ਬ੍ਰਹਮ ਗਿਆਨੀ ਦੀ ਐਸੀ ਅਵਸਥਾ ਹੋ ਜਾਂਦੀ ਹੈ, ਬ੍ਰਹਮ ਗਿਆਨੀ ਹਰ ਵਕਤ ਉਹਨਾਂ ਦੇ ਵਿੱਚ ਵੀ ਪ੍ਰਮਾਤਮਾ ਵਾਹਿਗੁਰੂ ਦੇ ਬੋਲਾਂ ਨੂੰ ਉਹ ਸ਼ਰਵਣ ਕਰਨ ਲੱਗ ਜਾਂਦਾ ਹੈ। ਉਹ ਪ੍ਰਮਾਤਮਾ ਵਾਹਿਗੁਰੂ ਦੇ ਬੋਲਾਂ ਨੂੰ ਸ਼ਰਵਣ ਕਰਦਾ। ਇਸੇ ਕਰਕੇ ਕਿਹਾ ਕਿ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਕਿਸੇ ਤਰ੍ਹਾਂ ਦੀ ਵਿਚਾਰ ਨਾ ਕਰੋ, ਬ੍ਰਹਮ ਗਿਆਨੀ ਤੇ ਹਰੀ ਪ੍ਰਮਾਤਮਾ ਦੇ ਵਿੱਚ ਵਿਚਾਰ ਨਾ ਕਰੋ। ਭਗਤ ਜੀ ਦੀ ਐਸੀ ਜਿਹੜੀ ਅਵਸਥਾ ਬਣ ਗਈ ਹੈ, ਕਹਿੰਦੇ ਬ੍ਰਹਮ ਗਿਆਨੀ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਵਿਚਾਰ ਨਾ ਕਰੋ। ਕਿਉਂ ਨਾ ਵਿਚਾਰ ਕਰੀਏ? ਬਿਬ ਵਿਚਾਰ ਕਛ ਨਾਹੀਂ, ਕਿਉਂ ਨਾ ਵਿਚਾਰ ਕਰੀਏ? ਮਹਾਰਾਜ ਸਾਨੂੰ ਕਾਰਨ ਵੀ ਦੱਸੋ। ਤੇ ਸੱਚੇ ਪਾਤਸ਼ਾਹ ਨੇ ਕਾਰਨ ਵੀ ਉਸ ਇਸੇ ਪੰਕਤੀ ਦੇ ਵਿੱਚ ਦੱਸ ਦਿੱਤਾ ਕਿ ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਕਹਿੰਦੇ ਇੰਨਾ ਕੁ ਫਰਕ ਹੁੰਦਾ ਬ੍ਰਹਮ ਗਿਆਨੀ ਤੇ ਪ੍ਰਮਾਤਮਾ ਦੇ ਵਿੱਚ। ਜਿਸ ਤਰ੍ਹਾਂ ਸਮੁੰਦਰ ਹੁੰਦਾ ਤੇ ਸਮੁੰਦਰ ਦੀਆਂ ਲਹਿਰਾਂ ਵੱਡੀਆਂ ਵੱਡੀਆਂ ਉੱਠਦੀਆਂ ਨੇ, ਸਮੁੰਦਰ ਦੇ ਵਿੱਚ ਮਿਲ ਜਾਂਦੀਆਂ ਨੇ, ਬ੍ਰਹਮ ਗਿਆਨੀ ਦੇ ਵਿੱਚ ਇੰਨਾ ਕੁ ਫਰਕ ਹੁੰਦਾ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹ ਕੇ ਦੇਖੀਏ ਤੇ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਭਾਈ ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹਿਨ ਭੇਦ। ਪ੍ਰਭ ਮੈਂ ਮੋਹ ਮੈਂ ਤਾਸ, ਤਾਸ ਨਾਮ ਹੁੰਦਾ ਦਾਸ ਦਾ, ਗੁਰੂ ਕੇ ਸਿੱਖ ਦਾ। ਇਸੇ ਕਰਕੇ ਗੁਰੂ ਮਹਾਰਾਜ ਨੇ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਮੈਂ ਖਾਲਸੇ ਵਿੱਚ ਨਿਵਾਸ ਕਰਦਾ, ਕਿਉਂਕਿ ਮੇਰੀ ਜਿਹੜੀ ਚੇਤਨ ਸਤਾ ਉਹ ਖਾਲਸੇ ਵਿੱਚ ਚਲੀ ਗਈ ਹੈ।
ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਪ੍ਰਮਾਤਮਾ ਦਾ ਰੂਪ ਹੋ ਗਿਆ। ਜੇ ਬ੍ਰਹਮ ਗਿਆਨੀ ਦੀ ਹੱਤਿਆ ਕਰਦੇ ਆ, ਸਮਝ ਲਵੋ ਜਿਵੇਂ ਆਪਾਂ ਆਪਣੇ ਗੁਰੂ ਤੇ ਵਾਰ ਕਰ ਦਿੱਤਾ ਜਾਂ ਪ੍ਰਮਾਤਮਾ ਤੇ ਵਾਰ ਕਰ ਦਿੱਤਾ, ਕਿੱਡਾ ਪਾਪ ਲੱਗੇਗਾ। ਤੇ ਜਿਹੜਾ ਪਾਪੀ ਹੁੰਦਾ ਹੈ, ਵੱਡੇ ਤੋਂ ਵੱਡੇ ਪਾਪੀ ਹੁੰਦੇ ਆ, ਉਹ ਅੰਦਰ ਉਹਨਾਂ ਦਾ ਖਾਲੀ ਹੋ ਜਾਂਦਾ ਹੈ, ਅਗਿਆਨ ਦੇ ਨਾਲ ਭਰ ਜਾਂਦਾ ਹੈ। ਅਗਰ ਜੇ ਪਾਪੀ ਵੀ ਚੱਲ ਕੇ ਗੁਰੂ ਦੀ ਸੰਗਤ ਦੇ ਵਿੱਚ ਆ ਜਾਂਦਾ ਹੈ, ਪਾਪੀ ਚੱਲ ਕੇ ਗੁਰੂ ਦੀ ਸੰਗਤ ਦੇ ਵਿੱਚ ਆ ਜਾਂਦਾ ਹੈ, ਗੁਰੂ ਦੀ ਜਿਹੜੀ ਭਾਈ ਸ਼ਕਤੀ ਹੁੰਦੀ ਹੈ ਉਹ ਪਾਪੀ ਦੇ ਅੰਦਰ, ਸਰੀਰ ਦੇ ਅੰਦਰ ਟਿਕਦੀ ਹੈ। ਉਹ ਪਾਪੀ ਵੀ ਫਿਰ, ਜਿਹਨੂੰ ਪਤਿਤ ਪਾਵਨ ਕਿਹਾ ਗਿਆ, ਪ੍ਰਮਾਤਮਾ ਵਾਹਿਗੁਰੂ ਆਪਣੇ ਬਿਰਧ ਦੀ ਲੱਜਾ ਰੱਖਦਾ, ਪਤਿਤ ਤੋਂ ਪਾਵਨ ਕਰ ਦਿੰਦਾ, ਪਵਿੱਤਰ ਕਰ ਦਿੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਜਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋਂ ਆਖੀਐ ਜਾ ਤਿਸ ਬਿਨ ਕੋਈ ਨਾਹੀ। ਇਹ ਸਮਝ ਲੈਣਾ ਚਾਹੀਦਾ ਕਿ ਪ੍ਰਮਾਤਮਾ ਸਭ ਜਗ੍ਹਾ ਤੇ ਵਿਆਪਕ ਹੈ, ਤੇ ਗਰੀਬ ਦੇ ਵਿੱਚ ਵੀ ਪ੍ਰਮਾਤਮਾ ਹੁੰਦਾ ਹੈ, ਗਰੀਬ ਦੇ ਵਿੱਚ ਵੀ ਪ੍ਰਮਾਤਮਾ ਹੁੰਦਾ ਹੈ। ਪ੍ਰਮਾਤਮਾ ਘਟਾਂ ਘਟਾਂ ਦੇ ਵਿੱਚ ਵਸ ਰਿਹਾ। ਮਹਾਂਪੁਰਖਾਂ ਦਾ ਇਹ ਗੁਰੂ ਮਹਾਰਾਜ ਦੀ ਗੁਰਬਾਣੀ ਦਾ ਬਚਨ ਹੈ ਕਿ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸੰਤਾਂ ਨੇ ਭਾਈ ਪੁਕਾਰ ਕੇ ਕਹਿ ਦਿੱਤਾ ਕਿ ਘਟਾਂ ਘਟਾਂ ਦੇ ਵਿੱਚ ਵਾਹਿਗੁਰੂ ਵਸ ਰਿਹਾ। ਕਿਹਨੂੰ ਮਾੜਾ ਕਵਾਂਗੇ, ਜਾਤ ਦਾ ਹੰਕਾਰ ਕਰ ਲਾਂਗੇ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਕੋਈ ਜਾਤੀ ਦਾ ਹੰਕਾਰ ਕਰੀ ਫਿਰਦਾ, ਕੋਈ ਧਨ ਦਾ ਹੰਕਾਰ ਕਰੀ ਫਿਰਦਾ, ਕੋਈ ਦੇਹ ਦਾ ਹੰਕਾਰ ਕਰੀ ਫਿਰਦਾ, ਕੋਈ ਮਾਇਆ ਦਾ ਹੰਕਾਰ ਕਰੀ ਫਿਰਦਾ, ਕੋਈ ਧੀਆਂ ਪੁੱਤਰਾਂ ਦਾ ਹੰਕਾਰ ਕਰੀ ਫਿਰਦਾ। ਸਾਡੇ ਤਾਂ ਇਹ ਆਪ ਦੇਖਣ ਦੇ ਵਿੱਚ ਆਉਂਦਾ ਹੈ ਕਿ ਕੋਈ ਕਹਿੰਦਾ ਸਾਡੇ ਘਰ ਦੇ ਵਿੱਚ ਪੁੱਤਰ ਦੀ ਦਾਤ ਮਿਲ ਗਈ ਹੈ, ਉਹਦੇ ਘਰ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਹੈਗੀ, ਉਹ ਤਾਂ ਵੀ ਹੰਕਾਰ ਕਰੀ ਬੈਠਾ। ਉਹ ਆਪਣੇ ਤੋਂ ਵੱਡਾ, ਉਹ ਆਪਣੇ ਆਪ ਨੂੰ ਹੀ ਵੱਡਾ ਸਮਝੀ ਬੈਠਾ। ਇਹ ਨਹੀਂ ਜਾਣਦਾ ਕਿ ਪ੍ਰਮਾਤਮਾ ਪਤਾ ਨਹੀਂ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਚੱਲ ਰਿਹਾ। ਜੇ ਤੈਨੂੰ ਦੇ ਦਿੱਤਾ ਸ਼ੁਕਰਾਨਾ ਕਰਦੇ ਮਾਲਕਾ, ਮੈਨੂੰ ਤੂੰ ਦੇ ਦਿੱਤਾ ਹੈ। ਪਰ ਜੇ ਤੈਨੂੰ ਨਹੀਂ ਦਿੱਤਾ ਤਾਂ ਵੀ ਸ਼ੁਕਰਾਨਾ ਕਰ ਮਾਲਕਾ, ਪਤਾ ਨਹੀਂ ਤੂੰ ਕਿਹੜੇ ਰੰਗਾਂ ਦੇ ਵਿੱਚ ਰਾਜੀ ਸੀ, ਤੇਰੀ ਮਰਜ਼ੀ ਸੀ। ਜੇ ਤੂੰ ਮੈਨੂੰ ਨਹੀਂ ਦਿੱਤਾ ਨਾ ਕੁਝ, ਇਹ ਤੇਰਾ ਭਾਣਾ ਸੀ, ਤੂੰ ਨਹੀਂ ਚਾਹੁੰਦਾ ਸੀ ਮੈਨੂੰ ਨਹੀਂ ਦਿੱਤਾ। ਪਰ ਜੇ ਦੇ ਦਿੱਤਾ, ਉਹ ਚਾਹੁੰਦਾ ਸੀ ਤੂੰ ਮੈਨੂੰ ਤਾਂ ਦਿੱਤਾ। ਜੇ ਨਹੀਂ ਦਿੱਤਾ ਤਾਂ ਨਹੀਂ ਚਾਹੁੰਦਾ ਸੀ, ਮਹਾਰਾਜ ਤੇਰੀ ਖੁਸ਼ੀ ਸੀ ਸਾਨੂੰ ਨਹੀਂ ਦਿੱਤਾ। ਇਹ ਤੇਰਾ ਹੁਕਮ ਹੈ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਆਓ ਭਗਤ ਕਬੀਰ ਸਾਹਿਬ ਜੀ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ, ਜਿਸ ਤਰ੍ਹਾਂ ਬ੍ਰਾਹਮਣ ਦੇ ਨਾਲ ਚਰਚਾ ਹੋਈ, ਇਹ ਭਾਈ ਸਾਨੂੰ ਵੀ ਆਪਣੇ ਹਿਰਦੇ ਵਿੱਚ ਧਾਰਨ ਕਰਨੀ ਚਾਹੀਦੀ ਹੈ। ਸਾਨੂੰ ਧਾਰਨ ਕਰ ਲੈਣਾ ਚਾਹੀਦਾ ਕਿ ਹੰਕਾਰ ਨਾ ਕਰੀਏ, ਨਾਮ ਜਪੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ। ਕਿਉਂਕਿ ਭਗਤ ਜੀ ਨੇ ਕਿਹਾ ਕਿ ਮੇਰੇ ਹਿਰਦੇ ਵਿੱਚ ਤਾਂ ਪ੍ਰਮਾਤਮਾ ਦਾ ਨਾਮ ਵਸ ਰਿਹਾ ਹੈ, ਮੇਰੇ ਹਿਰਦੇ ਵਿੱਚ ਪ੍ਰਮਾਤਮਾ ਖੁਦ ਵਸ ਰਿਹਾ ਹੈ, ਮੇਰਾ ਹਿਰਦਾ ਪਵਿੱਤਰ ਹੋ ਗਿਆ, ਇਸ ਕਰਕੇ ਪ੍ਰਮਾਤਮਾ ਦਾ ਵਾਸਾ ਮੇਰੇ ਅੰਦਰ ਹੋ ਰਿਹਾ ਹੈ। ਅਸੀਂ ਕੋਸ਼ਿਸ਼ ਕਰੀਏ ਗੁਰੂ ਕੀ ਬਾਣੀ ਪੜ੍ਹ ਕੇ, ਗੁਰੂ ਦੀ ਸੇਵਾ ਦੇ ਨਾਲ ਆਪਣਾ ਤਨ ਮਨ ਨਿਰਮਲ ਕਰ ਲਈਏ। ਜਿਉਂ ਤਨ ਮਨ ਨਿਰਮਲ ਹੋਵੇਗਾ ਗੁਰੂ ਕੇ ਸਿੱਖੋ, ਫਿਰ ਗੁਰੂ ਕਾ ਵਾਸਾ ਵੀ ਹੋਣਾ ਜਿਹੜਾ ਸੁਭਾਵਿਕ ਗੱਲ ਹੈ। ਸੁਤੇ ਸਿੱਧ ਗੁਰੂ ਕਾ ਵਾਸਾ ਹੋ ਜਾਂਦਾ। ਹਿਰਦੇ ਵਿੱਚ ਨਾਮ ਦੀ ਦਾਤ ਪੈ ਜਾਂਦੀ ਹੈ ਨਾ, ਜਦੋਂ ਉਹ ਅਵਸਥਾ ਚੇਂਜ ਹੋ ਜਾਂਦੀ ਹੈ, ਬਦਲ ਜਾਂਦੀ ਹੈ, ਤੇ ਉਹ ਫਿਰ ਬ੍ਰਹਮ ਗਿਆਨੀ ਵਾਲੀ ਅਵਸਥਾ ਦੇ ਵਿੱਚ ਆ ਜਾਂਦਾ ਹੈ। ਜਿਉਂ ਜਿਉਂ ਨਾਮ ਜਪਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ, ਅਸੀਂ ਵੀ ਨਾਮ ਜਪੀਏ। ਸੋ ਮੈਂ ਧੰਨਵਾਦ ਕਰਦਾ ਜਿਹੜੇ ਵੀ ਕੇ ਵੈਬ ਟੀਵੀ ਵਾਲੇ ਗੁਰਮੁਖ ਜਨ, ਜਿਨ੍ਹਾਂ ਨੇ ਅੱਜ ਆਏ ਐਤਵਾਰ ਦੀ ਤਰ੍ਹਾਂ ਲਾਈਵ ਕਥਾ ਕਰਦੇ ਐ। ਗੁਰੂ ਮਹਾਰਾਜ ਇਹਨਾਂ ਨੂੰ ਵੀ ਭਾਈ ਤਰੱਕੀਆਂ ਬਖਸ਼ਿਸ਼ ਕਰਨ, ਜਿਹੜੇ ਨਿਸਕਾਮ ਸੇਵਾ ਕਰਦੇ ਐ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਤੰਦਰੁਸਤੀਆਂ ਬਖਸ਼ਿਸ਼ ਕਰਨ। ਜਿਵੇਂ ਜਿਵੇਂ ਭਾਈ ਗੁਰਮੁਖਾਂ ਦੀ ਮਨੋਕਾਮਨਾ ਹੁੰਦੀ ਹੈ, ਗੁਰੂ ਸਭਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਵਾਲੇ ਐ। ਸੇਵਾ ਕਰਨੀ ਬਹੁਤ ਔਖੀ ਹੈ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਇਹਨਾਂ ਨੂੰ ਪਾਈ। ਗੁਰੂ ਮਹਾਰਾਜ ਕਿਰਪਾ ਕਰਨ, ਗੁਰਮਤਿ ਅਨੁਸਾਰ ਤਰੱਕੀਆਂ ਬਖਸ਼ਿਸ਼ ਕਰਨ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜੋ ਅੰਮ੍ਰਿਤ ਵੇਲੇ ਤੋਂ ਦਰਗਾਹੀ ਬਾਣੀ, ਰੱਬੀ ਬਾਣੀ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ ਦੇ ਹਰ ਜਸ ਕੀਰਤਨ ਸ਼ਰਵਣ ਕੀਤੇ, ਕਥਾ ਵਿਚਾਰਾ ਸ਼ਰਵਣ
ਕਰਕੇ ਲਾਹੇ ਪ੍ਰਾਪਤ ਕੀਤੇ। ਸੋ ਦਾਸ ਤੋਂ ਭਾਈ ਕਥਾ ਵਿਚਾਰਾ ਕਰਦਿਆਂ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਿਸ਼ ਕਰਨੀ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਗੁਰਸਿੱਖ ਸੰਗਤ ਬਖਸ਼ਣ ਜੋਗੋ ਜੀ ਬਖਸ਼ ਲੈਣਾ। ਆਪੋ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਤੂੰ ਬਾਮਨ ਮੈਂ ਕਾਸੀ ਕਜੁਲਹਾ ਬੁਝੋ ਮੋਰ ਗਿਆਨਾ। ਤੁਮ ਤੋ ਜਾਚੇ ਭੂਪਤ ਰਾਜੇ ਹਰ ਸੋ ਮੋਰ ਧਿਆਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ